ਹੈਲੋ एवरीवन। आई होप ਬੇਟੇ ਤੁਸੀਂ ਸਾਰੇ ਠੀਕ ਹੋ। ਆਪਾਂ ਅੱਜ ਇਸ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਕੰਬੀਨੇਸ਼ਨ ਆਫ ਰਜਿਸਟਰਸ ਨੂੰ। ਤਾਂ ਬੇਟੇ ਇਹ ਵੀ ਟੌਪਿਕ ਜਿਹੜਾ ਹੈ ਉਹ ਵੀ ਇੰਪੋਰਟੈਂਟ ਟੌਪਿਕ ਹੈ, ਬਹੁਤ ਈਜ਼ੀ ਟੌਪਿਕ ਹੈ। 2 ਔਰ 3 ਮਾਰਕਸ ਦੇ ਵਿੱਚ ਬੇਟਾ ਇਹਦਾ ਕੁਐਸਚਨ ਹੈ ਜਿਹੜਾ ਉਹ ਆ ਜਾਂਦਾ ਹੈ। ਤਾਂ ਬੇਟਾ ਜਿਹੜਾ ਕੰਬੀਨੇਸ਼ਨ ਆਫ ਰਜਿਸਟਰ ਹੈ, ਰਜਿਸਟਰ ਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਲਾਸਟ ਲੈਕਚਰਸ ਦੇ ਵਿੱਚ ਕਿ ਰਜਿਸਟਰ ਬੇਟਾ ਐਸੀ ਡਿਵਾਈਸ ਹੈ ਜਿਹੜੀ ਕਰੰਟ ਨੂੰ ਮੇਨਟੇਨ ਕਰਕੇ ਰੱਖਦੀ ਹੈ। ਠੀਕ ਹੈ। ਤਾਂ ਹੁਣ ਆਪਾਂ ਕੀ ਕਰਨਾ ਹੈ, ਇਹੋ ਜਿਹੇ ਰਜਿਸਟਰਸ ਨੂੰ ਕੰਬਾਈਨ ਕਰਨਾ ਹੈ, ਕੰਬੀਨੇਸ਼ਨ ਕਰਨਾ ਹੈ ਉਹਨਾਂ ਦਾ। ਤਾਂ ਕਿਸ ਟਾਈਪ ਦੇ ਨਾਲ ਹੋਊਗਾ? ਤਾਂ ਬੇਟੇ ਜਦੋਂ ਵੀ ਆਪਾਂ ਕਿਸੇ ਰਜਿਸਟਰ ਨੂੰ ਕੰਬੀਨੇਸ਼ਨ ਦੇ ਵਿੱਚ ਰੱਖਦੇ ਹਾਂ ਤਾਂ ਦੇਰ ਆਰ 2 ਵੇਜ਼। ਇੱਥੇ ਸਾਡੇ ਕੋਲ 2 ਮੈਥਡ ਨੇ, ਇੱਕ ਹੈਗਾ ਸੀਰੀਜ਼ ਦੇ ਵਿੱਚ ਔਰ ਇੱਕ ਹੈਗਾ ਪੈਰਲਰ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਆਪਾਂ ਬੇਟੇ ਡਿਸਕਸ ਕਰਾਂਗੇ ਸੀਰੀਜ਼ ਕੰਬੀਨੇਸ਼ਨ ਆਫ ਰਜਿਸਟਰ। ਬੇਟੇ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ, ਸਿਰਫ 2 ਗੱਲਾਂ ਨੂੰ ਯਾਦ ਰੱਖਣਾ ਹੈ। 2 ਗੱਲਾਂ ਕਿਹੜੀਆਂ ਨੇ ਬੇਟਾ? ਸੀਰੀਜ਼ ਕੰਬੀਨੇਸ਼ਨ ਦੀ ਜਦੋਂ ਆਪਾਂ ਗੱਲ ਕਰਾਂਗੇ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਬਾਰੇ ਦੱਸਦੀ ਹਾਂ ਕਿ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਰਜਿਸਟਰਸ ਨੂੰ ਕਦੋਂ ਆਪਾਂ ਬੋਲਦੇ ਹਾਂ। ਬੇਟੇ ਜਦੋਂ ਇੱਕ ਤੋਂ ਬਾਅਦ ਇੱਕ ਰਜਿਸਟਰ ਹੈ ਜਿਹੜਾ ਉਹ ਕੀ ਹੋਵੇ, ਇੱਕ ਦੂਜੇ ਨਾਲ ਅਟੈਚ ਹੋਵੇ। ਠੀਕ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਇੱਕ ਐਂਡ ਦੂਸਰੇ ਦੇ ਐਂਡ ਨਾਲ, ਦੂਸਰੇ ਦਾ ਅਗਲਾ ਨੈਕਸਟ ਵਾਲੇ ਦੇ ਨਾਲ, ਤਾਂ ਇੱਕ ਤੋਂ ਬਾਅਦ ਇੱਕ ਜਿਹੜਾ ਰਜਿਸਟਰ ਹੈ ਉਹ ਅਟੈਚ ਹੈ। ਕਿਵੇਂ ਬੇਟੇ? ਜਿਵੇਂ ਮੈਂ ਇਸ ਸਰਕਿਟ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਹੈ। ਬੇਟੇ ਇਸ ਸਰਕਿਟ ਦੇ ਵਿੱਚ ਆਪਾਂ ਕੀ ਕੀਤਾ, R1 R2 R3 ਆਪਾਂ 3 ਰਜਿਸਟਰਸ ਨੂੰ ਕੀ ਕੀਤਾ, ਐਜ਼ਿਊਮ ਕਰ ਲਿਆ। ਤਾਂ ਉਹ ਦੇਖੋ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਬੇਟੇ ਇੱਕ ਦੂਜੇ ਦੇ ਨਾਲ ਅਟੈਚ ਹੈ, ਐਂਡ ਟੂ ਐਂਡ ਅਟੈਚ ਨੇ। ਤਾਂ ਇਸ ਕੰਬੀਨੇਸ਼ਨ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ? ਸੀਰੀਜ਼ ਕੰਬੀਨੇਸ਼ਨ ਬੋਲਦੇ ਹਾਂ। ਠੀਕ। ਹੁਣ ਉਸ ਤੋਂ ਬਾਅਦ ਬੇਟੇ ਇਸ ਨੂੰ ਦੇ ਵਿੱਚ ਯਾਦ ਰੱਖਣ ਵਾਲੀ ਕੀ ਚੀਜ਼ ਹੈ ਬੇਟੇ? ਅਗਰ ਸੀਰੀਜ਼ ਵਰਡ ਹੈ ਨਾ, ਦੇਖੋ ਸੀਰੀਜ਼ ਹੈ, ਉਹਦੇ ਵਿੱਚ ਅਗਰ ਆਪਾਂ ਦੇਖੀਏ ਸੀ ਦਾ ਕੰਬੀਨੇਸ਼ਨ ਬਣਿਆ ਹੋਇਆ, ਉੱਪਰ ਵੀ ਸੀ ਹੈ ਨੀਚੇ ਵੀ ਸੀ ਹੈ। ਇੱਕ ਯਾਦ ਰੱਖਣ ਦਾ ਮੈਥਡ ਦੱਸ ਰਹੀ ਹਾਂ ਰਾਜੇ। ਸੀਰੀਜ਼ ਕੰਬੀਨੇਸ਼ਨ ਹੈ ਤਾਂ ਐਸ ਕਿਹਦੇ ਨਾਲ ਹਾਫ ਐਸ ਰਿਜ਼ੈਂਬਲ ਕਰਦਾ? ਸੀ ਦੇ ਨਾਲ। ਸੀ ਦਾ ਮਤਲਬ ਕੀ ਹੈ? ਕਰੰਟ ਹੈ। ਇਟ ਮੀਨਸ ਬੇਟਾ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਹਰ ਇੱਕ ਰਜਿਸਟਰ ਦਾ ਕਰੰਟ ਦੀ ਵੈਲਿਊ ਕੀ ਹੋਊਗੀ? ਸੇਮ ਹੋਊਗੀ। ਇਹਦਾ ਮਤਲਬ ਕੀ ਹੈ ਬੇਟੇ? ਹਰ ਇੱਕ ਰਜਿਸਟਰ ਦੇ ਵਿੱਚੋਂ ਸੇਮ ਵੈਲਿਊ ਆਫ ਕਰੰਟ ਹੈ ਜਿਹੜਾ ਉਹ ਫਲੋ ਕਰੂਗਾ। ਬਸ ਬੇਟਾ ਇਹੀ ਇੱਕ ਚੀਜ਼ ਹੈ, ਇਹਨੂੰ ਯਾਦ ਰੱਖਣਾ ਹੈ, ਫਿਰ ਅੱਗੇ ਬਹੁਤ ਈਜ਼ੀ ਹੈ। ਹੁਣ ਆਪਾਂ ਇਸ ਦੀ ਡੈਰੀਵੇਸ਼ਨ ਨੂੰ ਡਿਸਕਸ ਕਰਦੇ ਹਾਂ। ਤਾਂ ਆਪਾਂ ਬੇਟੇ ਇਨੀਸ਼ੀਅਲੀ ਕੀ ਕੰਸੀਡਰ ਕਰ ਲਿਆ ਕਿ ਸਾਡੇ ਕੋਲ ਕੀ ਨੇ ਰਾਜੇ? R1 R2 R3 ਕੀ ਨੇ? ਰਜਿਸਟਰਸ ਨੇ। ਹੁਣ ਬੇਟੇ ਅਗਰ ਅਸੀਂ ਓਮਸ ਲੋ ਦੀ ਗੱਲ ਕਰਦੇ ਹਾਂ ਤਾਂ V = IR ਸੀਗਾ। ਇਹਦਾ ਮਤਲਬ ਕੀ ਸੀਗਾ? V ਤੇ I ਬਾਰੇ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਅਗਰ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਾਂਗੇ ਤਾਂ ਉਹਦੇ ਕੋਰਸਪੋਂਡਿੰਗ ਡਾਇਰੈਕਟਲੀ ਪ੍ਰਪੋਰਸ਼ਨਲ ਸਾਡੇ ਕੋਲ ਕਰੰਟ ਦੀ ਵੈਲਿਊ ਹੋਊਗੀ। ਹੁਣ ਇਸ ਦੇ ਵਿੱਚ ਇਨੀਸ਼ੀਅਲੀ ਆਪਾਂ ਇਹ ਸਪੋਜ਼ ਕਰ ਲਿਆ ਕਿ ਕਰੰਟ ਤਾਂ ਕੀ ਹੋਊਗਾ ਰਾਜੇ? ਸੇਮ ਹੋਊਗਾ। ਤਾਂ ਦੂਜੀ ਕੁਆਂਟਿਟੀ ਕੀ ਰਹਿ ਗਈ ਬੇਟੇ? ਪੋਟੈਂਸ਼ੀਅਲ ਰਹਿ ਗਿਆ। ਤਾਂ ਪੋਟੈਂਸ਼ੀਅਲ ਕੀ ਹੈ ਬੇਟੇ? ਉਹ ਹਰ ਇੱਕ ਰਜਿਸਟਰ ਦੇ ਵਿੱਚ ਡਿਵਾਈਡ ਕਰ ਜੂਗਾ। ਜਿਵੇਂ ਕਿ ਮੈਂ ਇਸ ਫਿਗਰ ਦੇ ਵਿੱਚ ਸ਼ੋ ਕੀਤਾ ਬੇਟੇ, R1 ਦੇ ਅਕਰੋਸ V1 ਹੈ, R2 ਦੇ ਅਕਰੋਸ V2 ਹੈ, R3 ਦੇ ਅਕਰੋਸ V3 ਹੈ। ਤਾਂ ਇਹਦਾ ਮਤਲਬ ਕੀ ਹੈ? ਹੁਣ ਦੇਖੋ ਹੈਗਾ ਜਿੰਨਾ ਵੀ ਇੱਥੇ ਆਪਣੇ ਕੋਲ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਾਂਗੇ ਉਹ ਤਿੰਨਾਂ ਦੇ ਵਿੱਚ ਡਿਵਾਈਡ ਹੋ ਜਾਊਗਾ। ਤਾਂ ਜਦੋਂ ਤਿੰਨਾਂ ਨੂੰ ਆਪਾਂ ਐਡ ਕਰਾਂਗੇ ਬੇਟੇ ਉਹ ਉਹੀ ਵੈਲਿਊ ਸਾਨੂੰ ਦਊਗਾ ਜਿੰਨਾ ਅਸੀਂ ਪ੍ਰੋਵਾਈਡ ਕੀਤਾ ਸੀ। ਇਟ ਮੀਨਸ ਅਸੀਂ ਬੇਟਾ V ਨੂੰ ਕੀ ਲਿਖ ਸਕਦੇ ਹਾਂ? V1 V2 V3 ਲਿਖ ਸਕਦੇ ਹਾਂ। ਹੁਣ ਨਾਓ ਬੇਟੇ ਬਾਈ ਯੂਜ਼ਿੰਗ ਓਮਸ ਲੋ ਤਾਂ ਆਪਾਂ V1 ਆਪਾਂ ਨੂੰ ਪਤਾ ਹੈ IR ਦੇ ਹੁੰਦਾ। I ਕੀ ਹੈ ਬੇਟੇ? ਇੱਥੇ ਸੇਮ। ਬੇਟਾ ਧਿਆਨ ਰੱਖਣਾ ਇੱਥੇ ਇਸ ਗੱਲ ਦਾ, I1 ਨਹੀਂ ਆਪਾਂ ਲੈਣਾ, ਬਿਕਾਜ਼ I ਕੀ ਹੈ ਬੇਟੇ? ਸੇਮ ਹੈ ਫॉर ਆਲ ਦ ਰਜਿਸਟਰਸ। ਤਾਂ I ਕੀ ਰੱਖਾਂਗੇ ਆਪਾਂ? ਸੇਮ R1 ਆ ਜਾਊਗਾ। V2 ਬੇਟੇ = I ਸੇਮ R2 ਆ ਜਾਊਗਾ। ਤਾਂ ਇਸ ਟਾਈਪ ਆਪਾਂ ਤਿੰਨੋਂ ਵੈਲਿਊਜ਼ ਨੂੰ ਫਾਈਂਡ ਕਰ ਲਿਆ। ਨਾ ਇਹੀ ਤਿੰਨੇ ਵੈਲਿਊਜ਼ ਨੂੰ ਬੇਟੇ ਆਪਾਂ ਇੱਥੇ ਪੁੱਟ ਕਰਾਂਗੇ। ਆਪਾਂ ਆ ਪੁੱਟ ਕਰਤਾ। ਹੁਣ I ਨੂੰ ਬੇਟੇ ਅਸੀਂ ਕਾਮਨ ਲੈ ਲਿਆ, R1 R2 R3 ਆਪਾਂ ਬ੍ਰੈਕਟ ਦੇ ਵਿੱਚ ਆਪਣੇ ਕੋਲ ਸਮ ਦੇ ਵਿੱਚ ਆ ਗਏ। ਹੁਣ ਬੇਟੇ ਅਗਰ ਅਸੀਂ ਸਪੋਜ਼ ਕਰ ਲਈ ਕਿ RS ਸਾਡੇ ਕੋਲ ਇਕੁਈਵੈਲੈਂਟ ਰੈਜ਼ਿਸਟੈਂਸ ਹੈ, ਇਕੁਈਵੈਲੈਂਟ ਹੈ, ਤਾਂ V ਨੂੰ ਆਪਾਂ ਇਸ ਟਾਈਪ ਦੇ ਨਾਲ ਲਿਖ ਸਕਦੇ ਹਾਂ ਰਾਜੇ। ਹੁਣ ਦੇਖੋ ਇਸ ਇਕੁਏਸ਼ਨ ਦੇ ਵਿੱਚ I ਦੋਨੋਂ ਤਰਫ ਹੈ ਉਹ ਕੈਂਸਲ ਆਊਟ ਹੋ ਜਾਊਗਾ। ਤਾਂ RS ਕੀ ਬਚ ਜੂਗਾ ਬੇਟੇ? R1 + R2 + R3। ਠੀਕ ਹੈ ਜੀ। ਤਾਂ ਸਾਡੇ ਕੋਲ ਰਜਿਸਟਰ ਇਨ ਸੀਰੀਜ਼ ਦੇ ਵਿੱਚ ਕੀ ਆ ਗਿਆ ਰਾਜੇ? R = R1 R2 R3। ਤਾਂ ਸਾਡੇ ਕੋਲ ਇਹ ਵੈਲਿਊ ਆ ਗਈ ਬੇਟਾ। ਹੁਣ ਰਾਜੇ ਦੇਖੋ ਅਗਰ ਸਾਡੇ ਕੋਲ ਸੀਰੀਜ਼ ਦੇ ਵਿੱਚ n ਰਜਿਸਟਰਸ ਨੇ ਤਾਂ ਆਪਾਂ ਅਪ ਟੂ n ਤੱਕ ਲੈ ਲਾਂਗੇ। ਅਗਰ ਉਹ ਸਾਰਿਆਂ ਦੀ ਵੈਲਿਊ ਕੀ ਹੈ ਬੇਟੇ? ਸੇਮ ਹੈ ਤਾਂ ਸਿੰਪਲੀ RS ਕੀ ਆ ਜਾਊਗਾ? NR ਦੇ ਆ।
ਤਾਂ ਬੇਟੇ ਇੰਨਾ ਕੁ ਸਿੰਪਲ ਸੀਗਾ ਇਹ ਟੌਪਿਕ। ਹੁਣ ਆਪਾਂ ਇਹਦੇ ਕੁਛ ਇੰਪੋਰਟੈਂਟ ਪੁਆਇੰਟਸ ਨੇ ਬੇਟੇ, ਉਹਨਾਂ ਨੂੰ ਡਿਸਕਸ ਕਰਾਂਗੇ। ਤਾਂ ਇਹਨਾਂ ਪੁਆਇੰਟਸ ਨੂੰ ਬੇਟੇ ਆਪਣੇ ਮਾਈਂਡ ਦੇ ਵਿੱਚ ਰੱਖਣਾ ਫॉर ਦ ਨੂਮੈਰੀਕਲਸ, ਉਹਦੇ ਵਿੱਚ ਸਾਨੂੰ ਇਹਨਾਂ ਦੀ ਲੋੜ ਪੈਂਦੀ ਹੈ। ਹੁਣ ਫਸਟ ਕੀ ਹੈ ਬੇਟੇ, ਓਬਵੀਅਸ ਹੈ। ਹੁਣ ਦੇਖੋ ਆਪਾਂ ਕੀਤਾ ਕਿ R = R1 R2 R3 ਹੈ। ਤਾਂ ਇਸ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਬੇਟੇ ਜਿਹੜੀ ਇਕੁਈਵੈਲੈਂਟ ਰੈਜ਼ਿਸਟੈਂਸ ਹੈ ਉਹ ਕਿਹਦੇ ਇਕੁਅਲ ਹੋਊਗੀ, ਸਮ ਆਫ ਦ ਇੰਡੀਵਿਜੂਅਲ ਰੈਜ਼ਿਸਟੈਂਸ। ਤਾਂ ਆਪਾਂ ਪਹਿਲਾ ਪੁਆਇੰਟ ਕੀ ਡਿਸਕਸ ਕੀਤਾ, ਇਹ ਕਿ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਇਕੁਈਵੈਲੈਂਟ ਰੈਜ਼ਿਸਟੈਂਸ ਕਿਸ ਦੇ ਇਕੁਅਲ ਹੋਊਗੀ ਬੇਟੇ, ਸਮ ਆਫ ਦ ਇੰਡੀਵਿਜੂਅਲ ਰੈਜ਼ਿਸਟੈਂਸ। ਸਿਮਿਲਰਲੀ ਸੈਕਿੰਡ ਪੁਆਇੰਟ ਬੇਟੇ, ਟੋਟਲ ਰੈਜ਼ਿਸਟੈਂਸ ਕਹਿੰਦਾ ਜਦੋਂ ਆਪਾਂ ਸੀਰੀਜ਼ ਸਰਕਿਟ ਦੇ ਵਿੱਚ ਦੇਖਦੇ ਹਾਂ ਨਾ, ਆਲਵੇਜ਼ ਉਹ ਮੋਰ ਦੈਨ ਆਉਂਦੀ ਹੈ ਗ੍ਰੇਟੈਸਟ ਰੈਜ਼ਿਸਟੈਂਸ ਦੇ। ਕਿਵੇਂ ਰਾਜੇ, ਇਹ ਆਪਾਂ ਮੈਂ ਤੁਹਾਨੂੰ ਕਰਕੇ ਦੱਸਦੀ ਹਾਂ। ਸਪੋਜ਼ ਕਰ ਲਓ ਬੇਟੇ ਆਪਣੇ ਕੋਲ R1 1 ਹੈ, 2 ਹੈ ਅਤੇ 3 ਹੈ, ਕੋਰਸਪੋਂਡਿੰਗਲੀ R2 R3 ਸਾਰਿਆਂ ਨੂੰ ਐਡ ਕਰ ਦਿਓ, ਠੀਕ ਹੈ। ਤਾਂ ਤੁਸੀਂ ਦੇਖੋਗੇ ਜੋ ਵੀ ਆਨਸਰ ਆਇਆ ਆਪਣਾ ਆਊਗਾ 6 ਆਨਸਰ ਆਊਗਾ। ਤਾਂ ਉਹਦੇ ਵਿੱਚ ਹੁਣ ਆਪਣੀਆਂ ਤਿੰਨਾਂ ਜਿਹੜੀਆਂ ਰੈਜ਼ਿਸਟੈਂਸ ਦੀਆਂ ਵੈਲਿਊ ਸੀ, ਉਹਦੇ 'ਚ ਸਭ ਤੋਂ ਵੱਡੀ ਵੈਲਿਊ ਕੀ ਸੀ ਬੇਟੇ, 3 ਓਮ ਸੀ। ਤਾਂ ਦੇਖੋ ਜੋ ਆਨਸਰ ਆਇਆ ਉਸ ਤੋਂ ਵੀ ਕੀ ਆਇਆ, ਗ੍ਰੇਟਰ ਆਇਆ। ਤਾਂ ਉਹ ਇੱਥੇ ਇਹੀ ਚੀਜ਼ ਨੂੰ ਦੱਸ ਰਿਹਾ ਬੇਟੇ ਕਿ ਜਿਹੜੀ ਟੋਟਲ ਰੈਜ਼ਿਸਟੈਂਸ ਆਉਂਦੀ ਹੈ ਨਾ, ਆਲਵੇਜ਼ ਮੋਰ ਦੈਨ ਗ੍ਰੇਟੈਸਟ ਰੈਜ਼ਿਸਟੈਂਸ ਇਨ ਦਾ ਸਰਕਿਟ ਆਉਂਦੀ ਹੈ। ਤਾਂ ਹੁਣ ਇਹ ਵਾਲੇ ਪੁਆਇੰਟ ਨੂੰ ਬੇਟਾ ਮਾਈਂਡ ਦੇ ਵਿੱਚ ਰੱਖਣਾ। ਕਿਉਂ ਰੱਖਣਾ, ਕਿਉਂਕਿ ਰਾਜੇ MCQs ਦੇ ਵਿੱਚ ਵੀ ਸਾਨੂੰ ਪੁੱਛ ਸਕਦਾ ਕਿ ਦੱਸੋ ਆਹ ਵਾਲੇ 3 ਵੈਲਿਊਜ਼ ਦੇ ਸਕਦਾ ਕਿ ਇਹਦੀ ਜਿਹੜੀ ਵੈਲਿਊ ਹੋਊਗੀ ਉਹ ਮੋਰ ਦੈਨ, ਉਹਦਾ ਆਈਡੀਆ ਪੁੱਛੂਗਾ, ਜਾਂ ਉਹਦੇ ਦੱਸ ਦਿਓ ਕਿ ਮੋਰ ਦੈਨ 1 ਓਮ ਹੈ, 2 ਓਮ ਹੈ, ਜੋ ਵੀ ਤੁਹਾਡੀ ਵੈਲਿਊ ਹੈ। ਤਾਂ ਉੱਥੇ ਤੁਸੀਂ ਡਾਇਰੈਕਟ ਇਹੀ ਆਪਣੇ ਮਾਈਂਡ ਦੇ ਵਿੱਚ ਲੈ ਕੇ ਆਉਣਾ ਕਿ ਸੀਰੀਜ਼ ਕੰਬੀਨੇਸ਼ਨ ਦੇ ਵਿੱਚ ਕੀ ਹੈ ਰਾਜੇ, ਆਲਵੇਜ਼ ਮੋਰ ਦੈਨ ਕਿਹਦੇ ਆਊਗਾ, ਗ੍ਰੇਟੈਸਟ ਵੈਲਿਊ ਦੇ। ਤਾਂ ਤੁਹਾਨੂੰ ਉੱਥੋਂ ਆਈਡੀਆ ਲੱਗ ਜੂਗਾ ਵਿਦਆਊਟ ਕਿ ਤੁਸੀਂ ਸਾਰੀ ਕੈਲਕੂਲੇਸ਼ਨ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇ। ਠੀਕ ਹੈ ਜੀ। ਥਰਡ ਪੁਆਇੰਟ ਜੋ ਆਪਾਂ ਸਭ ਤੋਂ ਪਹਿਲਾਂ ਕੰਸੀਡਰ ਕੀਤਾ ਸੀ ਕਿ S ਜਿਹੜੀ ਹੈ ਹਾਫ ਐਸ ਉਹ ਰਿਜ਼ੈਂਬਲ ਕਰਦੀ ਹੈ C ਦੇ ਨਾਲ। ਤਾਂ ਇਹਦੇ ਵਿੱਚ ਬੇਟੇ ਸੇਮ ਅਮਾਊਂਟ ਆਫ ਕਰੰਟ ਹੈ, ਹਰ ਇੱਕ ਰਜਿਸਟਰ ਦੇ ਵਿੱਚੋਂ ਸੇਮ ਫਲੋ ਕਰੂਗਾ। ਫੋਰਥ ਪੁਆਇੰਟ ਬੇਟੇ, ਵੋਲਟੇਜ ਹੈ ਜਿਹੜੀ ਅਕਰੋਸ ਐਨੀ ਰਜਿਸਟਰ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗੀ ਰਜਿਸਟੈਂਸ ਆਫ ਦਾ ਰਜਿਸਟਰ ਦੇ। ਬੇਟੇ ਇਹ ਜਿਹੜਾ ਫੋਰਥ ਪੁਆਇੰਟ ਹੈ ਅਕੋਰਡਿੰਗ ਟੂ ਓਮਸ ਲੋ ਹੈ। ਦੇਖੋ V = IR ਹੈ ਨਾ, ਜਿਹੜੀ ਚੀਜ਼ ਇੱਥੇ ਡਿਵਾਈਡ ਹੋ ਰਹੀ ਹੈ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਵੋਲਟੇਜ ਹੋ ਰਹੀ ਹੈ ਤਾਂ ਉਹ ਕੀ ਹੈ, ਆਪਾਂ ਨੂੰ ਅਕੋਰਡਿੰਗ ਟੂ ਓਮ ਲੋ ਵੀ ਪਤਾ ਲੱਗਦਾ ਬੇਟੇ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਕੀ ਹੈ, ਰਜਿਸਟੈਂਸ ਹੈ। ਤਾਂ ਇਹ ਸਾਰਾ ਸੀਗਾ ਬੇਟੇ ਸੀਰੀਜ਼ ਦੇ ਵਾਸਤੇ। ਹੁਣ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਪੈਰਲਲ ਦੀ। ਤਾਂ ਪੈਰਲਰ ਕੰਬੀਨੇਸ਼ਨ ਦੇ ਵਿੱਚ ਕੀ ਹੈ ਬੇਟੇ, ਹੁਣ ਆਪਾਂ ਪੈਰਲਰ ਕਦੋਂ ਬੋਲਦੇ ਹਾਂ, ਤਾਂ ਪੈਰਲਰ ਦਾ ਮੈਂ ਬੇਟਾ ਤੁਹਾਨੂੰ ਪਹਿਲਾਂ ਇਸ ਸਰਕਿਟ ਡਾਇਗਰਾਮ ਦੇ ਵਿੱਚ ਸ਼ੋਅ ਕਰ ਦਿੰਦੀ ਹਾਂ। ਦੇਖੋ ਜਦੋਂ ਇੱਕ ਐਂਡ ਇੱਕ ਰਜਿਸਟਰ ਦਾ ਕਿਸੇ ਹੋਰ ਦੇ ਨਾਲ, ਦੂਸਰਾ ਐਂਡ ਦੂਸਰੇ ਐਂਡ ਦੇ ਨਾਲ, ਤਾਂ ਇੱਕੋ ਹੀ ਰਜਿਸਟਰ ਬੇਟੇ ਉਹਦਾ ਐਂਡ ਅਗਲੇ ਵਾਲੇ ਦੇ ਨਾਲ ਹੈ, ਇਹੀ ਵਾਲੇ ਰਜਿਸਟਰ ਦਾ ਦੂਸਰਾ ਐਂਡ ਦੂਸਰੇ ਰਜਿਸਟਰ ਦੇ ਨਾਲ ਹੈ। ਤਾਂ ਇਸ ਟਾਈਪ ਦੇ ਬੇਟਾ ਅਰੇਂਜਮੈਂਟ ਨੂੰ ਆਪਾਂ ਕੀ ਬੋਲਦੇ ਹਾਂ, ਪੈਰਲਰ ਬੋਲਦੇ ਹਾਂ। ਠੀਕ ਹੈ। ਤਾਂ ਆਪਾਂ ਇੱਥੇ ਕਿਵੇਂ ਡਿਫਾਈਨ ਕੀਤਾ, ਕਹਿੰਦਾ ਇਫ ਵਨ ਐਂਡ ਆਫ ਰਜਿਸਟਰ ਇਜ਼ ਕਨੈਕਟਡ ਟੂ ਵਨ ਐਂਡ ਆਫ ਅਦਰ ਰਜਿਸਟਰ। ਕਹਿੰਦਾ ਜਿਹੜਾ ਪਹਿਲਾ ਐਂਡ ਹੈ ਉਹ ਕਿਸੇ ਹੋਰ ਰਜਿਸਟਰ ਦੇ ਨਾਲ ਹੈ। ਸਿਮਿਲਰਲੀ ਸੈਕਿੰਡ ਐਂਡ ਜਿਹੜਾ ਆਪਾਂ ਪਹਿਲਾ ਰਜਿਸਟਰ ਸੀ ਉਹਦਾ ਉਹ ਕੀ ਹੋਊਗਾ ਬੇਟੇ, ਸੈਕਿੰਡ ਐਂਡ ਆਫ ਅਦਰ ਰਜਿਸਟਰ। ਕਿ ਪਹਿਲੇ ਦਾ ਐਂਡ ਅਗਲੇ ਵਾਲੇ ਦੇ ਨਾਲ, ਉਹਦੇ ਹੀ ਸੈਕਿੰਡ ਐਂਡ ਹੈ ਬੇਟੇ ਉਹ ਅਗਲੇ ਦੇ ਐਂਡ ਦੇ ਨਾਲ ਹੈ। ਤਾਂ ਮੈਂ ਤੁਹਾਨੂੰ ਇੱਥੋਂ ਹੋਪਸ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਊਗਾ। ਇਸ ਨੂੰ ਬੇਟੇ ਇਕੁਈਵੈਲੈਂਟ ਕਰਨਾ, ਤਾਂ ਇਕੁਈਵੈਲੈਂਟ ਇਸ ਟਾਈਪ ਦੇ ਨਾਲ ਆਪਾਂ ਲਿਖ ਸਕਦੇ ਹਾਂ। RP ਇੱਥੇ ਕੀ ਸ਼ੋਅ ਕਰ ਰਿਹਾ ਬੇਟੇ ਕਿ ਤਿੰਨਾਂ ਦਾ ਪੈਰਲਰ ਕੰਬੀਨੇਸ਼ਨ ਦੇ ਵਿੱਚ ਆਪਾਂ ਇਕੁਈਵੈਲੈਂਟ ਰੈਜ਼ਿਸਟੈਂਸ ਕੰਸੀਡਰ ਕਰ ਲਿਆ। ਤਾਂ ਹੋਲ ਜਿਹੜਾ ਡਾਇਗਰਾਮ ਹੈ, ਸਰਕਿਟ ਡਾਇਗਰਾਮ ਹੈ, ਉਹ ਇਕੁਈਵੈਲੈਂਟ ਹੋ ਚੁੱਕਾ ਇਸ ਡਾਇਗਰਾਮ ਦੇ। ਹੁਣ ਇਸ ਤੋਂ ਆਪਾਂ ਗੱਲ ਕਰਦੇ ਹਾਂ ਬੇਟੇ ਅੱਗੇ ਡੈਰੀਵੇਸ਼ਨ ਦੀ। ਤਾਂ ਆਪਾਂ ਕੀ ਕੰਸੀਡਰ ਕੀਤਾ ਰਾਜੇ, 3 ਰਜਿਸਟਰਸ ਉਵੇਂ ਕੀਤੇ। ਹੁਣ ਦੇਖੋ ਉੱਥੇ ਕੀ ਸੀ ਰਾਜੇ, ਵੋਲਟੇਜ ਡਿਵਾਈਡ ਹੁੰਦੀ ਸੀ, ਇੱਥੇ ਕੀ ਹੋਊਗਾ ਰਾਜੇ, ਕਰੰਟ ਡਿਵਾਈਡ ਹੋਊਗਾ। ਠੀਕ ਹੈ ਜੀ। ਫਿਰ ਉਹੀ I1 I2 ਦੀਆਂ ਵੈਲਿਊਜ਼ ਬੇਟੇ ਅਕੋਰਡਿੰਗ ਟੂ ਓਮਸ ਲੋ ਆਪਾਂ ਫਾਈਂਡ ਕੀਤੀਆਂ, ਇੱਥੇ ਪੁੱਟ ਕਰਤੀਆਂ। ਪੁੱਟ ਕਰਨ ਤੋਂ ਬਾਅਦ ਦੇਖੋ V ਕੀ ਆ ਗਿਆ ਬੇਟੇ, ਕਾਮਨ ਆ ਗਿਆ, ਤਾਂ ਆਪਣੇ ਕੋਲ ਆ ਰਹਿ ਗਿਆ। ਫਿਰ ਐਜ਼ ਇਟ ਇਜ਼ ਬੇਟਾ I ਨੂੰ ਆਪਾਂ V/RP, ਫਿਰ RP ਕੀ ਹੈ ਬੇਟੇ, ਇਕੁਈਵੈਲੈਂਟ ਰਜਿਸਟੈਂਸ ਇਨ ਪੈਰਲਰ ਹੈ। V ਨਾਲ V ਬੇਟੇ ਕੈਂਸਲ ਆਊਟ ਹੋ ਗਿਆ, ਤਾਂ 1/RP ਦੀ ਵੈਲਿਊ ਕੀ ਆ ਗਈ ਬੇਟੇ, 1/R1 + 1/R2 1/R3। ਤਾਂ ਇਹ ਕੀ ਸੀ ਬੇਟਾ ਤੁਹਾਡਾ ਪੈਰਲਰ ਕੰਬੀਨੇਸ਼ਨ। ਹੁਣ ਕੁਛ ਇੰਪੋਰਟੈਂਟ ਪੁਆਇੰਟਸ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤੇ ਸੀ ਰਾਜੇ, ਉਸ ਨੂੰ ਆਪਾਂ ਡਿਸਕਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਕੀ ਹੈ ਰਾਜੇ, ਫਸਟ ਪੁਆਇੰਟ ਕੀ ਹੈ ਤੁਹਾਡਾ ਕਿ ਪੈਰਲਰ ਸਰਕਿਟ ਦੇ ਵਿੱਚ ਇਕੁਈਵੈਲੈਂਟ ਸਰਕਿਟ ਦੀ ਜਿਹੜੀ ਵੈਲਿਊ ਹੈ ਰਾਜੇ ਉਹ ਕੀ ਆਊਗੀ, ਆਲਵੇਜ਼ ਲੈਸ ਦੈਨ ਦਾ ਲੀਸਟ ਰਜਿਸਟੈਂਸ ਇਨ ਦਾ ਸਰਕਿਟ। ਉਹ ਕੀ ਆਊਗੀ ਰਾਜੇ, ਜਿਵੇਂ ਆਪਾਂ ਪਹਿਲਾਂ ਕੀਤਾ ਸੀ ਕਿ ਜੋ ਵੱਡੀ ਵੈਲਿਊ ਹੋਊਗੀ ਇਹਦੇ 'ਚ ਅਪੋਜ਼ਿਟ ਹੈ ਬੇਟੇ, ਜਿਹੜੀ ਛੋਟੀ ਵੈਲਿਊ ਹੋਊਗੀ ਉਸ ਤੋਂ ਵੀ ਘੱਟ ਵੈਲਿਊ ਆਊਗੀ।
ਤਾਂ MCQs ਵਾਸਤੇ ਹੈ, ਠੀਕ ਹੈ। ਸੈਕਿੰਡ ਰਾਜੇ ਇਕੁਇਵਲੈਂਟ ਰੈਜ਼ਿਸਟੈਂਸ, ਜਦੋਂ ਦੋ ਬੇਟਾ ਰਜਿਸਟਰ ਸਾਡੇ ਕੋਲ ਕਨੈਕਟਡ ਨੇ ਪੈਰਲਰ ਦੇ ਵਿੱਚ, ਤਾਂ ਉਸ ਨੂੰ ਐਵੇਂ ਲਿਖ ਸਕਦੇ ਹਾਂ। ਇੱਥੇ ਬੇਟਾ LCM ਲੈ ਕੇ ਇਹ ਹੋਲ ਐਕਸਪ੍ਰੈਸ਼ਨ ਇਹਦੇ ਵਿੱਚ ਕਨਵਰਟ ਹੋ ਜਾਊਗਾ। ਔਰ ਇੱਧਰ 1/RP ਸੀ ਬੇਟੇ, ਰੈਸੀਪ੍ਰੋਕਲ ਹਟਾ ਦਾਂਗੇ RP, ਤਾਂ ਆਹ ਵਾਲੀ ਟਰਮ ਉੱਪਰ ਚਲੀ ਜਾਊਗੀ। ਤਾਂ ਬੇਟੇ ਇਹ ਐਜ਼ ਇਟ ਇਜ਼ ਫਾਰਮੂਲਾ ਤੁਸੀਂ ਲਰਨ ਰੱਖਣਾ ਜਦੋਂ ਟੂ ਪੈਰਲਰਸ ਤੁਹਾਡੇ ਕੋਲ ਕੰਬੀਨੇਸ਼ਨ 'ਚ ਹੋਣਗੇ ਪੈਰਲਰ ਦੇ ਵਿੱਚ। ਥਰਡ ਬੇਟੇ ਪੋਟੈਂਸ਼ੀਅਲ ਡਿਫਰੈਂਸ ਇਹਦੇ ਵਿੱਚ ਸੇਮ ਹੋਊਗਾ, ਠੀਕ ਹੈ, ਜਿਵੇਂ ਉਹਦੇ 'ਚ ਆਪਾਂ ਗੱਲ ਕੀਤੀ ਸੀ ਕਰੰਟ ਸੇਮ ਹੋਊਗਾ। ਹੁਣ ਕਰੰਟ ਡਿਵਾਈਡ ਹੋਇਆ ਸੀ, ਹੁਣ ਆਪਾਂ ਕਰੰਟ ਦੱਸਾਂਗੇ ਕਿ ਇਹ ਇਨਵਰਸਲੀ ਪ੍ਰਪੋਰਸ਼ਨਲ ਕਿਹਦੇ ਹੋਊਗਾ, ਰੈਜ਼ਿਸਟੈਂਸ 'ਤੇ ਹੋਊਗਾ। ਤਾਂ ਬੇਟੇ ਅੱਜ ਲਈ ਇੰਨਾ ਹੀ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀ ਨੌਲੇਜ ਮੈਂ ਦਿੱਤੀ ਹੈ ਹੈਲਪਫੁਲ ਹੋਊਗੀ। ਅਗਰ ਤੁਹਾਨੂੰ ਲੱਗਦਾ ਤਾਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਕਰਿਓ।